अस्सलामुअलैकुम वरहमतुल्लाहि वबरकातुहू। एक नई वीडियो के साथ आपकी खिदमत में हाजिर हूँ। उम्मीद करता हूँ तमाम दोस्त खैर वाफियत से होंगे। एक बहुत ही बुरी खबर है जो कि ARY न्यूज़ पर चला रही है कि कलअदम तहरीक लब्बैक पाकिस्तान के कारकुन आसिफ, जिनका नाम है आसिफ जट, वो जो है उनको शहीद कर दिया गया है गोलियां मारकर। सबसे पहले आप जो है इनकी चंद वीडियोज़ हैं वो आप देखें कि किस हवाले से ये पैगाम देते नज़र आ रहे थे और क्यों इनको जो है मार दिया गया, वो बाद में बात करेंगे। पहले आप ये वीडियोस मुलाजा फरमाएं। बिस्मिल्लाहिर्रहमानिर्रहीम। अस्सलाम वालेकुम। मैं हल्फिया बयान देता हूं कि मैं आर्मी नंबर 3480-193 लांस नायक मोहम्मद आसिफ, यूनिट 25 रेजिमेंट, जो कि गुजरांवाला कैंट में लगी हुई है। मैंने 15 साल से अपनी ड्यूटी ऐसा तरीके से सर अंजाम दी है, जिसमें 2.5 साल इंटेलिजेंस अदारे में गुजारे हैं। मैंने सानहा मरीज के अपनी आंखों से देखा है, जिसमें रियासती इदारों ने रेंजर्स, पंजाब पुलिस, पाक FC, इस्लामाबाद पुलिस और दीगर अदारों ने मिलकर जुल्म और बर्बरियत की इंतहा कर दी है, जिसमें 69 मुसलमान भाइयों पर सीधे फायर किए गए और बख्तरबंद गाड़ियों से उनको कुचला गया, जख्मियों और शहीदों को जलाया गया और लाशों की बेहुरमती की गई, जिसकी मिसाल दुनिया में कहीं नहीं मिलती। इतना जुल्म सितम अपनी आंखों से देखने के बाद दिल बर्दाश्ता होकर मैं अपनी नौकरी अल्लाह और उसके रसूल की खातर छोड़ आया और मैंने अपने इस फैसले से अपने बाला कमांडर को आगाह कर दिया है। लब्बैक 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 या रसूल अल्लाह, लब्बैक 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 या रसूल अल्लाह। ताजदार खत्म नबूवत जिंदाबाद जिंदाबाद। डुੱਬ के मर जाओ सारे ही। ਆ ਤੁਹਾਡੀਆਂ ਤਾਕਤਾਂ ਜਿਹੜੀਆਂ ਮੈਨੂੰ ਮਾਰ ਨਹੀਂ ਸਕੀਆਂ, ਡੁੱਬ ਕੇ ਮਰ ਜਾਓ ਸਾਰੇ ਹੀ। ਮੈਂ ਕਹਿ ਰਿਹਾ ਉੱਤੋਂ ਲੈ ਕੇ ਥੱਲੇ ਤੱਕ ਜਿਹੜੇ ਜਿਹੜੇ ਮੇਰੇ ਖਿਲਾਫ ਹਰਕਤ ਚਾਹੇ ਨਾ ਮੌਲਾ, ਆਪਣੀ ਜਿਹੜੀ ਜਿਹੜੀ ਚੀਜ਼ ਬਚਾਉਣ ਦੀ ਖਾਤਰ ਮੌਲਾ ਇਹਨਾਂ ਦੀ ਹੁਣ ਖੋਲਾ ਸਾਰੀਆਂ ਚੀਜ਼ਾਂ ਹੀ। ਮਾਫੀ ਨਾ ਦੇਈ ਇਹਨਾਂ ਨੂੰ ਮੌਲਾ, ਖੋਲਾ ਜਿਹਨਾਂ ਨੂੰ ਮੈਂ ਬੜਾ ਬੜਾ ਸਾਰਾ ਕੁਝ ਦਿੱਤਾ ਹੈ, ਸਾਰਾ ਕਿਹਾ ਹੈ ਮੌਲਾ। ਅਸੀਂ ਤਾਂ ਖਾਲਿਸਤਾਨ ਤੇਰੇ ਤੇ ਤੇਰੇ ਮਹਿਬੂਬ ਦੀ ਖਾਤਰ ਨਿਕਲੇ ਸੀ, ਲੇਕਿਨ ਇਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਮੌਲਾ। ਮੈਂ ਇਹਨਾਂ ਨੂੰ ਕੋਈ ਖੂਨ ਨਹੀਂ ਮੰਗਿਆ, ਮੈਂ ਮੌਲਾ ਇਹਨਾਂ ਕੋਲ ਕੋਈ ਜਾਨ ਨਹੀਂ ਇਹਨਾਂ ਦੀ ਮੰਗੀ, ਨਾ ਇਹਨਾਂ ਦੀ ਨੌਕਰੀ ਮੰਗੀ, ਨਾ ਮੌਲਾ ਇਹਨਾਂ ਕੋਲੋਂ ਮੈਂ ਕੋਈ ਪੈਸੇ ਮੰਗੇ ਮੌਲਾ। ਮੈਂ ਤਾਂ ਇਹਨਾਂ ਨੂੰ ਸਿਰਫ ਇਹ ਤਾਂ ਸਾਦਾ ਸੌਦਾ ਸੀ, ਇਹ ਤਾਂ ਸਿਰਫ ਮੈਨੂੰ ਡਿਟੇਲ ਦੇਣੀ ਸੀ ਇਹਨਾਂ ਨੇ, ਉਹ ਵੀ ਨਹੀਂ ਦਿੱਤੀ ਮੌਲਾ। ਰਵੇ ਇਹਨਾਂ ਦਾ ਕੱਖ ਨਾ ਮੌਲਾ, ਰਵੇ ਇਹਨਾਂ ਦਾ ਕੱਖ ਨਾ ਮੌਲਾ, ਰਵੇ ਇਹਨਾਂ ਦਾ ਕੱਖ ਨਾ। ਤੈਨੂੰ ਤੇਰੀ ਮਹਿਬੂਬ ਦੀ ਕਰੀਮੀ ਦਾ ਸਦਕਾ ਹੈ ਮੌਲਾ, ਇਹ ਬਦਬੂਦਾਰ ਹੋ ਕੇ ਮਰਨ ਮੌਲਾ। ਇਹਨਾਂ ਦੀ ਦੁਨੀਆ ਇਹਨਾਂ ਦੇ ਉੱਤੇ ਤੰਗ ਕਰਦੇ ਮੌਲਾ, ਮੌਲਾ ਇਹਨਾਂ ਦੀ ਦੁਨੀਆ ਨੂੰ ਤੰਗ ਕਰਦੇ, ਇਹਨਾਂ ਨੂੰ ਖੁਦਕੁਸ਼ੀਆਂ 'ਤੇ ਮਜਬੂਰ ਕਰਦੇ ਮੌਲਾ। ਮੌਲਾ ਇਹਨਾਂ ਨੂੰ ਬੁਰੀਆਂ ਮੌਤਾਂ ਨਸੀਬ ਫਰਮਾ ਮੌਲਾ, ਆਮੀਨ ਮੌਲਾ। ਇਹਨਾਂ ਦੇ ਉੱਤੇ ਅਖੀਰ ਕਰਦੇ ਜ਼ੁਲਮ ਦੀ, ਆਮੀਨ। ਕੀ ਹੋ ਗਿਆ ਝੱਲਿਓ ਤੁਹਾਨੂੰ? ਜਿਹੜੀ ਜਿਹੜੀ ਮੇਰੀ ਵੀਡੀਓ ਜਿਸ ਕੋ ਆਉਂਦੀ ਉਸ ਕੋ ਅਮਾਨਤ ਹੈ। ਹਾਂ, ਰੱਬ ਬੜੀਆਂ ਇੱਜ਼ਤਾਂ ਦੇਵੇਗਾ ਤੁਹਾਨੂੰ ਸਾਰਿਆਂ ਨੂੰ। ਮੇਰੀਆਂ ਭੈਣਾਂ ਨੂੰ ਜਿਹੜਾ ਦੀਨ ਦੀ ਕੰਮ ਖਾਤਰ ਕਰ ਰਹੀਆਂ, ਮਾਲਕ ਕੰਡ ਨਹੀਂ ਲੱਗਣ ਦਿੰਦੇ। ਉਹ ਮੇਰੀਆਂ ਮਾਵਾਂ, ਉਹ ਮੇਰੀਆਂ ਭੈਣਾਂ, ਉਹ ਮੇਰੇ ਪਿੰਡ ਵਾਲੇ, ਉਹ ਮੈਂ ਤੁਹਾਨੂੰ ਵੀ ਕਹਿ ਰਿਹਾ ਯਾਰ, ਅੱਲਾ ਰਸੂਲ ਨੇ 40-40 ਕਰਾਤੀ ਹੈ। ਹਾਂ, ਲੇਕਿਨ ਤੁਸੀਂ ਮੇਰਾ ਹੱਕ ਦਾ ਸਾਥ ਦਿਓ, ਚਾਹੇ ਬੁੱਢੇ ਨੇ, ਚਾਹੇ ਬਜ਼ੁਰਗ ਨੇ, ਚਾਹੇ ਭੈਣਾਂ ਨੇ, ਚਾਹੇ ਬੱਚੇ ਨੇ, ਜਿਹਨੇ ਸਮੁੰਦਰੀ ਵਾਲੇ ਨੇ। ਦੇਖੋ ਜਿਹੜੇ ਥਾਣੇ 'ਚ ਨੌਕਰੀਆਂ ਕਰ ਰਹੇ ਨੇ, ਅੱਲਾ ਰਸੂਲ ਦੀ ਖਾਤਰ ਉਹ ਵੀ ਡਾਇਰੈਕਸ਼ਨ ਦੇਖਣ, ਮੈਨੂੰ ਦੱਸਣ। ਮੇਰੇ ਖਿਲਾਫ ਨਾ ਹੁਣ, ਮੇਰੇ ਖਿਲਾਫ ਕੋਈ ਨਹੀਂ ਆ ਰਿਹਾ, ਅੱਲਾ ਰਸੂਲ ਦੇ ਖਿਲਾਫ ਆ ਰਹੇ। ਮੈਂ ਤੈਨੂੰ ਦੱਸਾਂ, ਦੀਨ ਦੇ ਖਿਲਾਫ ਛੱਡਣਾ ਕਿਸੇ ਨੇ ਕੱਖ ਨਹੀਂ ਹੈ। ਅਸੀਂ ਸੂਦ ਦਾ ਨਿਜ਼ਾਮ ਖਤਮ ਕਰਨਾ, ਅਸੀਂ ਇਸਲਾਮੀ ਨਿਜ਼ਾਮ ਲੈ ਕੇ ਆਉਣਾ ਜਿਹੜਾ ਇਸਲਾਮੀ ਹੈ, ਤਾਂ ਕਿ ਅਸੀਂ ਹਰ ਇੱਕ ਦਾ ਹੱਥ ਡੱਕ ਸਕੀਏ ਜ਼ਾਲਮ ਦਾ। ਮੈਂ ਤੁਹਾਨੂੰ ਕਹਿ ਰਿਹਾ, ਆ ਜਾਓ ਮੇਰੇ ਨਾਲ ਖੜੇ ਹੋ ਜਾਓ। ਬਾਅਦ ਵਿੱਚ ਮਾਫੀ ਨਹੀਂ ਹੈ, ਇਹ ਨੌਕਰੀਆਂ ਤੁਹਾਡੇ ਕੋਲ ਰੱਬ ਨੇ ਖੋਲ੍ਹਣੀਆਂ। ਮੇਰੀਆਂ ਬਦਦੁਆਵਾਂ ਤੋਂ ਬਚੋ। ਹਾਂ, ਡਰਨ ਦੀ ਲੋੜ ਨਹੀਂ ਹੈ। ਮੇਰਾ ਨੰਬਰ ਔਨ ਹੈ WhatsApp ਦੇ ਉੱਤੇ। ਅੱਲਾ ਰਸੂਲ ਦੀ ਖਾਤਰ ਮੇਰੇ ਕੋਲ ਹਰ ਚੀਜ਼ ਸਬੂਤ ਉਹ ਤੁਹਾਡੀ ਇਮਾਨਤ ਹੋਏਗੀ ਜੋ ਆਏਗਾ, ਲੇਕਿਨ ਅੱਲਾ ਰਸੂਲ ਦੀ ਖਾਤਰ ਪ੍ਰੂਫ ਇਕੱਠੇ ਕਰੋ ਵੀ ਜਿਹੜੇ ਗਲਤ ਕੰਮ ਕਰ ਰਹੇ ਨੇ। ਅਸੀਂ ਮੁਲਕ ਨੂੰ ਅਮਨ ਦਾ ਗਹਿਵਾਰਾ ਬਣਾਉਣਾ ਹੈ। ਪੂਰੇ ਮੁਲਕ ਦੇ ਵਿੱਚ ਅਸੀਂ ਜਿੱਥੇ ਦਿਲ ਕਰੀਏ ਫਿਰੀਏ। KPK, ਬਲੋਚਿਸਤਾਨ, ਇਹਨਾਂ ਨੂੰ ਵੀ ਸਾਰਿਆਂ ਦੇ ਵਿੱਚ ਬਰਾਬਰੀ ਦਾ ਸਿਸਟਮ ਹੋਏਗਾ। ਹਾਂ, ਸਾਰਿਆਂ ਨੂੰ ਰੱਬ ਸਕੂਨ ਦੇ ਨਾਲ ਚੱਲਣ ਦੀ ਤੌਫੀਕ ਦੇਵੇਗਾ। ਕੋਈ ਖਾਨਾ ਚੰਗੀ ਨਹੀਂ ਹੋਏਗੀ। ਮੇਰੀਆਂ ਗੱਲਾਂ ਨੂੰ ਸਮਝੋ। ਇਨਸ਼ਾਅੱਲਾ ਦੀਨ ਆ ਗਿਆ। ਮੇਰੇ ਨਾਲ ਖੜੇ ਹੋ ਜਾਓ। ਅੱਲਾ ਦੇ ਬੰਦੇ ਹੋ, ਜਦੋਂ ਦਾ ਪਾਕਿਸਤਾਨ ਬਣਿਆ ਇੱਕ ਵਾਰੀ ਵੀ ਇਸਲਾਮੀ ਨਿਜ਼ਾਮ ਨਹੀਂ ਆਇਆ। ਰੱਬ ਨੇ ਮੌਕਾ ਦਿੱਤਾ, ਹੱਕ ਸੱਚ ਨਾਲ ਖੜੇ ਹੋ ਜਾਓ। ਨਿਜ਼ਾਮ ਤੇ ਆ ਗਿਆ ਯਾਰ, ਹੁਣ ਤੇ ਕਾਹਦੇ ਡਰਦੇ ਹੋ? ਬੁੱਤ ਤੋੜ ਕੇ ਸਿੱਟ ਦਿਓ। ਜਿਹੜਾ ਵੀ ਮਸਜਿਦ ਦੇ ਵਿੱਚ, ਜਿੱਥੇ ਪੂਰੇ ਪਾਕਿਸਤਾਨ ਨੂੰ ਕਹਿ ਰਿਹਾ, ਅਜ਼ਾਨਾਂ ਦਿਓ, ਖੁੱਲੀਆਂ ਅਜ਼ਾਨਾਂ ਦਿਓ, ਦਰੂਦ ਸ਼ਰੀਫ ਪੜ੍ਹੋ। ਜਿਹੜਾ ਡੱਕਦਾ ਏ ਉਹਨੂੰ ਸਿਰਫ ਦੇਖੋ, ਉਹਦਾ ਨਾਂ ਅਗਰ ਘਰ ਦੇ ਵਿੱਚੋਂ ਵੀ ਕੋਈ ਕਹਿੰਦਾ ਨਾ ਇਹ ਮੌਲਵੀ ਠੀਕ ਨਹੀਂ ਹੈ, ਜਿਹੜਾ ਬੋਲ ਰਿਹਾ ਉਹਦੇ ਉੱਤੇ ਆ ਰਿਹਾ, ਉਹਦਾ ਵੀ ਨਾਂ ਲਿਖ ਲਓ, ਮੁਨਾਫਿਕ ਹੈ। ਜਿਹੜੀ ਮਾਂ ਕਹਿੰਦੀ ਉਹ ਵੀ ਮੁਨਾਫਿਕ ਹੈ। ਜਿਹੜਾ ਲਾਗੇ ਤੁਹਾਨੂੰ ਪਿੰਡ ਦਾ ਕੋਈ ਡੱਕਦਾ ਏ ਵੀ ਆਹ ਕੰਮ ਇਹਦੀ ਨਾ ਸੁਣਿਓ, ਇਹ ਗਲਤ ਤੁਹਾਨੂੰ ਖਾਨਾ ਜੰਗੀ ਦੀ ਲੈ ਕੇ ਜਾ ਰਿਹਾ, ਉਹ ਵੀ ਮੁਨਾਫਿਕ ਹੈ। ਮੁਨਾਫਿਕ ਦੀ ਮੈਂ ਵਾਜ਼ੇ ਪਹਿਚਾਣ ਦੱਸ ਦਿੱਤੀ ਹੈ। ਹਾਂ, ਸਾਹਬਾ ਕਰਾਮ ਰਜ਼ੀ ਅੱਲਾਹ ਤਾਲਾ ਉਹਨਾਂ ਨੇ ਮਾਂ ਪਿਓ ਦੇ ਸਿਰ ਵੱਡੇ ਨੇ ਅੱਲਾ ਦੇ ਉਹਦੇ ਰਸੂਲ ਦੀ ਖਾਤਰ। ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਸਿਰ ਨਹੀਂ ਵੱਢਣੇ ਹੈਗੇ, ਲੇਕਿਨ ਉਹ ਤੁਹਾਨੂੰ ਪਤਾ ਹੋਵੇ ਵੀ ਕਿਹੜਾ ਮੁਨਾਫਿਕ ਹੈ। ਛੱਡਣਾ ਅਸੀਂ ਕੋਈ ਨਹੀਂ। ਇਹ ਸਾਰੇ ਮੁਨਾਫਿਕ ਨੇ ਜਿਹੜੇ ਦੀਨ ਨੂੰ ਚਾਹੁੰਦੇ ਨਹੀਂ ਹੈ ਤਖਤ ਤੇ ਆਉਣਾ। ਦੀਨ ਆਏਗਾ,
ਤੇ ਹਰ ਇੱਕ ਦਾ ਭਲਾ ਹੋਏਗਾ। ਸਾਡੀਆਂ ਮਾਵਾਂ ਨੂੰ ਹੋਰ ਰੱਬ ਇੱਜ਼ਤਾਂ ਦੇਵੇਗਾ, ਸਾਡੀਆਂ ਭੈਣਾਂ ਨੂੰ ਇੱਜ਼ਤਾਂ ਦੇਵੇਗਾ। ਹਰ ਮਹਿਕਮੇ ਦੇ ਵਿੱਚ ਸਾਡੇ ਸ਼ੇਰ ਬੈਠੇ ਨੇ, ਕੀ ਹੋ ਗਿਆ ਤੁਹਾਨੂੰ? ਸਾਰੀਆਂ ਸਲਾਹੀਤਾਂ ਸਾਡੀਆਂ ਮੁਸਲਮਾਨਾਂ ਕੋਲ ਹੈਗੀਆਂ ਨੇ, ਐਡੀ ਟੈਨਸ਼ਨ ਵਾਲੀ ਗੱਲ ਨਹੀਂ। ਹਾਂ, ਹੁਣ ਪਰੇਸ਼ਾਨੀ ਵਾਲੀ ਗੱਲ ਨਹੀਂ। ਆ ਗਿਆ ਦੀਨ, ਆ ਗਿਆ ਦੀਨ, ਆ ਗਿਆ ਦੀਨ। ਕੀ ਹੋ ਗਿਆ ਤੁਹਾਨੂੰ ਯਾਰ? ਇਹੀ ਦਾੜੀਆਂ ਹੋਣਗੀਆਂ, ਇਹੀ ਪਗੜੀ ਹੋਏਗੀ, ਇਨਸ਼ਾਅੱਲਾ ਰੱਬ ਸੱਚਾ ਜਾਣਦਾ ਹੈ, ਸਾਰਾ ਕੁਝ ਹੋਏਗਾ। ਆਜੋ ਮੇਰੇ ਨਾਲ खड़े हो जाओ, जुल्म ਦਾ ਤੋੜ ਦਿਓ ਸਾਰਾ ਕੁਝ। ਹੁਣ ਅੱਜ ਕੱਲ ਕੁਝ ਨਹੀਂ ਛੱਡਣਾ ਸੀ। ARY न्यूज़ पर और बाकी भी अक्सर स्ट्रीम मीडिया चैनल्स पर ये खबर चलाई जा रही है कि इस आसिफ जट नामी शख्स का ताल्लुक तहरीक लब्बैक पाकिस्तान से था और इसने जो है मज़ीद पहले भी वीडियोस बनाकर धमकियां देता रहा और CCD को भी मुखातिब करता रहा और अब इसने पुलिस पर जो है फायरिंग भी की है। जबकि तहरीक लब्बैक पाकिस्तान की तरफ से तमाम अक्सर कारकुनान ये जो पोस्टें लगा रहे हैं और वीडियोस डाल रहे हैं कि उसका ताल्लुक तहरीक लब्बैक पाकिस्तान के साथ नहीं था, बल्कि वो एक फ़ौजी पर्सन था और सानिया मुरीद के मज़ालिम देख कर और हुकूमत का रवैया देख कर उसने आर्मी को खैराबाद कह दिया था। और उसकी अक्सर वीडियोस जो आपने पहले देखी, इस तरह की मज़ीद और भी बहुत वीडियोस हैं जो कि वो आवाम को जगा रहा था कि उठो, जुल्म के ख़िलाफ़ खड़े हो जाओ, नहीं तो ये जो हुकूमत है ये गुंडागर्दी जैसे कर रही है इसी तरह एक एक को मारती जाएगी। और मैं थोड़ी इनकी बायोग्राफी आपको बताता हूँ कि ये फ़ौज के अंदर लारनस नाइक थे और इनका नाम मोहम्मद आसिफ जट था। इनका ताल्लुक तहसील समंदरी, ज़िला फैसलाबाद, चक नंबर 140 गाफ बे का ये बंदा रिहायशी था। सानिया मुरीद के में होने वाले जुल्म का ये चश्मदीद गवाह भी था। आर्मी पर्सन था जिसने सानिया मुरीद के बाद फ़ौज को खैराबाद कह दिया था और जुल्म और जालिम के खिलाफ वीडियो बनाकर अवाम को हकाइक से काफ़ी दिनों से आगाह भी कर रहा था। उसे काफ़ी दिनों से जान से मारने की धमकियाँ मुसलसल दी जा रही थी पुलिस की जानिब से और इदारों की जानिब से, जो कि वो अपनी वीडियोस में अक्सर उनका ज़िक्र भी करता था और आवाम को वो मुसलसल हकाइक से आगाह कर रहा था कि जो है मुरीद की सरजमीन पर तहरीक लब्बैक पाकिस्तान के ख़िलाफ़ किस तरह जो है जुल्म की तारीख़ रकम की गई। तो बुरी खबर यही है कि आज मोरखा 17 नवंबर बरोज़ पीर सुबह के वक्त पुलिस चक नंबर 140 गाफ बे उनके रिहाइश पर जो है हमलावर हुई और उनका घेराव करने की कोशिश की और आसिफ जट साहब का आर्मी पर्सन थे जो उन्होंने घेराव के मुतबादिल अपना दिफा करने की कोशिश की जिसकी वजह से उन्होंने फायरिंग की या जिस तरह भी हुआ एक पुलिस एहलकार जो है वो मौके पर ही जाँ बाक हो गया। इस अफरा तफरी के अंदर एक जो है पुलिस पर्सन वो जाँ बाक हुआ। बाद अज़ां मज़ीद फोर्सेस तलब की गई और आसिफ जट जो कि मस्जिद में मौजूद था उधर ही उसको लातादाद गोलियां मारकर भून दिया गया और उसकी लाश भी साथ गाड़ी में डाली और उसको भी साथ पुलिस लेकर चली गई। याद रहे कि वो काफ़ी दिनों से CCD के जो इंचार्ज हैं ज़फ़र, उनको काफ़ी दिनों से वो जो है मुखातिब कर रहा था और तहरीक लब्बैक पाकिस्तान के कारकुनान को भी जो है हर वक्त वो यही बातें कर रहा था कि उठो, जुल्म के ख़िलाफ़ उठो। और उसकी जो है वीडियोस में अक्सर तहरीक लब्बैक पाकिस्तान के बैज भी देखे जा सकते हैं। लब्बैक या रसूल अल्लाह का बैज भी उनका देखा जा सकता है। अभी ये अल्लाह ही बेहतर जाने कि वो कारकुन था या मोहब्बत रखता था तहरीक लब्बैक पाकिस्तान के साथ, लेकिन अब मीडिया मुकम्मल तौर पर तहरीक लब्बैक पाकिस्तान पर ये चीज़ डाल रहा है कि उसने जो है फायरिंग शुरू कर दी और ये तहरीक लब्बैक पाकिस्तान का बंदा था जिसने अपने इदारों पर हमला किया है। हालांकि उसने तो एक मुहिब वतन पाकिस्तानी और दर्द रखने वाले मुसलमान की हैसियत से सानिया मुरीद के हक़ाइक़ आवाम के सामने लाने की मुसलसल वो कोशिश करता रहा और आवाम को बहुत जगाने की उसने कोशिश की, लेकिन अफसोस सद अफसोस आवाम तो ना जागी, लेकिन जो जगाने वाला था उसे जो है पुलिस ने फायरिंग करके अपनी नींद सुला दिया। अल्लाह ताला भाई को इसका अजर भी दे जो उसने मुरीद के हक़ाइक़ अवाम के सामने बयान किए और मुसलसल जो है वो जुल्म के ख़िलाफ़ बोलता रहा और उसकी अल्लाह ताला कामिल मग़फ़िरत फरमाए और ज़ालिमे को
اور ظالموں کو دنیا میں ہی نشان عبرت بنائے۔ اور اس کے بعد خبر ہے کہ آج غدار پاکستان شیخ مجیب الرحمان کی بیٹی سابقہ وزیر اعظم حسینہ واجد کو آج 6 افراد جو جھلس گئے، جن کو جلایا گیا اور موت کے گھاٹ اتارا گیا، اس کیس میں آج اسے سابقہ وزیر اعظم حسینہ واجد کو پھانسی کی سزا سنائی گئی اور ایک اور کیس میں اسے عمر قید کی سزا سنائی گئی۔ تو میرا ابھی حکومت پاکستان سے سوال ہے کہ کیا اب ثانیہ مرید کے پر جو ظلم کی تاریخ رقم کی گئی، جو ہزاروں کی تعداد میں لوگوں کو مارا گیا، سیدھی گولیاں، بختر بند گاڑیاں، لاشیں جلائی گئیں، لاشیں غائب کی گئیں، ابھی تک ظلم و ستم جاری ہے، کیا ان کا اتنا بڑا جرم تھا کہ وہ روڈوں پر نکلے؟ انہوں نے کوئی اداروں پر حملہ نہیں کیا، کوئی امریکن ایمبیسی نہیں گرا دی، کوئی فوجی اداروں پر حملہ آور نہیں ہوئے۔ آخر ان کا اتنا بڑا قصور تھا جو زخمیوں کو کنٹینر کے اندر زخمی موجود تھے، ان کو جو ہے زندہ جلا دیا گیا۔ کیا اب شہباز شریف، مریم نواز، محسن نقوی، طلال چودھری، آئی جی اسلام آباد اور ڈی آئی جی کامران کو بھی سزائے موت سنائی جائے گی؟ کیا ان کو پھانسی کی سزا سنائی جائے گی یا عمر قید ان کو سزا سنائی جائے گی؟ کیونکہ انہوں نے بے گناہ ہزاروں کارکنان کو، ہزاروں مسلمانوں کو، نہتوں کو جو ہے جلا دیا، لاشیں ان کی غائب کر دیں۔ وہ رسا ابھی تک لاشوں کو ترس رہے ہیں۔ یہ اسرائیل کے اندر بھی اس طرح کا ظلم و ستم نہیں ہوا جو کہ پاکستان کے اندر ظلم کی تاریخ رقم کی گئی۔ انشاءاللہ جتنا ہو سکا آگے بھی ظلم کے خلاف آواز اٹھاتے رہیں گے۔ بے شک ہماری آواز کوئی نہ سنے، لیکن ہر فورم پر ہم جو ہے اپنی آواز ظلم کے خلاف بلند کریں گے۔ مزید ویڈیوز کے لیے چینل ضرور سبسکرائب کریں، دعاؤں میں یاد رکھیں۔ اللہ حافظ الناس۔